ਸਤਿ ਸ੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਡਾਕਟਰ ਹਰਭਜਨ ਸਿੰਘ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਜਾਣਨਾ ਪਾਵਾਂਗੇ। ਡਾਕਟਰ ਹਰਭਜਨ ਸਿੰਘ ਪੰਜਾਬੀ ਦਾ ਪਹਿਲਾ ਸੰਰਚਨਾਵਾਦੀ ਅਤੇ ਰੂਪਵਾਦੀ ਆਲੋਚਕ ਹੈ, ਜਿਨ੍ਹਾਂ ਨੇ ਪੰਜਾਬੀ ਚਿੰਤਨ ਕਾਰਜ ਨੂੰ ਅਸਲੋਂ ਵੱਖਰੇ ਰਾਹ ਦੇ ਉੱਤੇ ਤੋਰਿਆ। ਇਹਨਾਂ ਦਾ ਜਨਮ 18 ਅਗਸਤ 1920 ਈਸਵੀ ਨੂੰ ਲੁਮਡਿੰਗ, ਜੋ ਕਿ ਅਸਾਮ ਦਾ ਇੱਕ ਨਿੱਕਾ ਜਿਹਾ ਪਿੰਡ ਹੈ, ਵਿਖੇ ਹੋਇਆ। ਇਹਨਾਂ ਦੇ ਮਾਤਾ ਦਾ ਨਾਮ ਗੰਗਾ ਦੇਈ ਅਤੇ ਪਿਤਾ ਗੰਡਾ ਸਿੰਘ ਸਨ। ਕਿਹਾ ਜਾਂਦਾ ਹੈ ਕਿ ਹਰਭਜਨ ਸਿੰਘ ਦੀ ਉਮਰ ਮਹਿਜ 1 ਸਾਲ ਦੀ ਸੀ ਜਦ ਇਹਨਾਂ ਦੇ ਪਿਤਾ ਗੰਡਾ ਸਿੰਘ ਤਪਦਿਕ ਦੀ ਬਿਮਾਰੀ ਦਾ ਸ਼ਿਕਾਰ ਹੋ ਕੇ ਅਕਾਲ ਚਲਾਣਾ ਕਰ ਗਏ, ਔਰ ਉਸ ਤੋਂ ਕੁਝ ਵਕਤ ਬਾਅਦ ਹੀ ਮਾਤਾ ਗੰਗਾ ਦੇਵੀ ਅਤੇ ਦੋਵੇਂ ਵੱਡੀਆਂ ਭੈਣਾਂ ਜੋ ਸਨ ਉਹ ਵੀ ਚੱਲ ਵਸੀਆਂ, ਔਰ ਲਗਭਗ 4 ਸਾਲ ਦੀ ਉਮਰ ਤੱਕ ਜੋ ਸੀ ਡਾਕਟਰ ਹਰਭਜਨ ਸਿੰਘ ਜੋ ਸਨ ਅਨਾਥ ਹੋ ਗਏ। ਔਰ ਇਹਨਾਂ ਦਾ ਜਨਮ ਭਾਵ ਜੋ ਪਾਲਣ ਪੋਸ਼ਣ ਸੀ ਲਾਹੌਰ ਵਿਖੇ ਰਹਿੰਦੀ ਇਹਨਾਂ ਦੀ ਮਾਸੀ ਈਸ਼ਰਾ ਨੇ ਕੀਤਾ। ਮਾਸੀ ਜੋ ਸੀ ਉਹ ਵੀ ਕੋਈ ਬਹੁਤ ਜ਼ਿਆਦਾ ਅਮੀਰ ਪਰਿਵਾਰ ਨਾਲ ਸੰਬੰਧ ਨਹੀਂ ਸੀ ਰੱਖਦੀ, ਸੋ ਬਚਪਨ ਦੇ ਵਿੱਚ ਹੀ ਹਰਭਜਨ ਸਿੰਘ ਨੂੰ ਬੜੀਆਂ ਤੰਗੀਆਂ ਤੁਰਸ਼ੀਆਂ ਔਰ ਬੜੇ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਪਰ ਇਹਨਾਂ ਦੀ ਜੋ ਸਕੂਲੀ ਪੜ੍ਹਾਈ ਸੀ ਉਹ DAV ਸਕੂਲ ਦੇ ਵਿੱਚ ਸ਼ੁਰੂ ਹੋਈ, ਜਿੱਥੇ ਇਹ ਬਹੁਤ ਹੀ ਜ਼ਹੀਨ ਵਿਦਿਆਰਥੀਆਂ ਦੇ ਵਿੱਚ ਗਿਣੇ ਗਏ। ਪਰ ਸਕੂਲੀ ਪੜ੍ਹਾਈ ਤੋਂ ਬਾਅਦ ਜੋ ਸੀ ਆਪਣੀ ਕਾਲਜ ਦੀ ਜਿਹੜੀ ਪੜ੍ਹਾਈ ਸੀ ਇਹ ਲਗਾਤਾਰ ਜਾਰੀ ਨਹੀਂ ਰੱਖ ਸਕੇ, ਔਰ ਇਹਨਾਂ ਨੂੰ ਜ਼ਿੰਦਗੀ ਦਾ ਗੁਜ਼ਾਰਾ ਕਰਨ ਦੇ ਲਈ ਛੇਤੀ ਹੀ ਇੱਕ ਹੋਮਿਓਪੈਥੀ ਕਲੀਨਿਕ ਦੇ ਉੱਤੇ ਇੱਕ ਆਪਣੀ ਸੇਵਾ ਨਿਭਾਉਣੀ ਪਈ, ਕਹਿ ਸਕਦੇ ਹਾਂ, ਜਾਂ ਨੌਕਰੀ ਕਰਨੀ ਪਈ। ਫਿਰ ਇਹਨਾਂ ਨੇ ਦਿੱਲੀ ਆ ਕੇ ਦਿੱਲੀ ਸਰਕਾਰ ਦੇ ਵਿੱਚ ਕਲਰਕੀ ਦਾ ਕੰਮ ਵੀ ਕੀਤਾ, ਔਰ ਦਿੱਲੀ ਦੇ ਇੱਕ ਸਕੂਲ ਦੇ ਵਿੱਚ ਅਸਿਸਟੈਂਟ ਲਾਇਬ੍ਰੇਰੀਅਨ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਪਰ ਇਹਨਾਂ ਨੇ ਪੜ੍ਹਾਈ ਦੇ ਨਾਲੋਂ ਪੁਸਤਕਾਂ ਦੇ ਨਾਲੋਂ ਆਪਣਾ ਨਾਤਾ ਜਿਹੜਾ ਸੀ ਉਹ ਛੱਡਿਆ ਨਹੀਂ ਸੀ, ਔਰ ਲਗਾਤਾਰ ਆਪਣੀ ਪੜ੍ਹਾਈ ਜਿਹੜੀ ਸੀ ਉਹ ਪ੍ਰਾਈਵੇਟ ਤੌਰ 'ਤੇ ਜਾਰੀ ਰੱਖੀ। ਔਰ ਇਸ ਤਰ੍ਹਾਂ ਇਹਨਾਂ ਨੇ ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ MA ਕੀਤੀ, ਔਰ ਇੱਥੋਂ ਤੱਕ ਕਿ PhD ਦੀ ਡਿਗਰੀ ਵੀ ਇਹਨਾਂ ਨੇ ਹਾਸਿਲ ਕੀਤੀ, ਜੋ ਕਿ ਪੰਜਾਬੀ ਲਿਪੀ ਦੀ ਗੁਰਮੁਖੀ ਲਿਪੀ ਦੇ ਵਿੱਚ ਹਿੰਦੀ ਸਾਹਿਤ ਦੇ ਅਧਿਐਨ ਦੇ ਨਾਲ ਸੰਬੰਧ ਰੱਖਦੀ ਸੀ। ਔਰ ਇਸ ਤਰ੍ਹਾਂ ਇਹਨਾਂ ਨੇ ਜੋ ਸੀ ਕਿੱਤਾ ਜੋ ਸੀ ਇੱਕ ਅਧਿਆਪਨ ਭਾਵ ਅਧਿਆਪਕ ਵਜੋਂ ਆਪਣਾ ਪ੍ਰੋਫੈਸ਼ਨ ਸ਼ੁਰੂ ਕੀਤਾ। ਪਹਿਲਾਂ ਇਹ ਸਕੂਲ ਦੇ ਵਿੱਚ ਅਧਿਆਪਕ ਰਹੇ, ਫਿਰ ਕਾਲਜ ਦੇ ਵਿੱਚ ਪ੍ਰੋਫੈਸਰ ਰਹੇ, ਔਰ ਅੰਤ ਜੋ ਸੀ ਦਿੱਲੀ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਇੱਕ ਪ੍ਰੋਫੈਸਰ ਵਜੋਂ ਵੀ ਔਰ ਵਿਭਾਗ ਦੇ ਮੁਖੀ ਵਜੋਂ ਵੀ ਆਪਣੀਆਂ ਸੇਵਾ ਨਿਭਾਉਂਦੇ ਹੋਏ ਉੱਥੋਂ ਸੇਵਾ ਮੁਕਤੀ ਗ੍ਰਹਿਣ ਕੀਤੀ। ਇਹਨਾਂ ਦੇ ਪਰਿਵਾਰ ਦੇ ਵਿੱਚ 3 ਪੁੱਤਰ ਹਨ, ਜਿਨ੍ਹਾਂ ਦੇ ਵਿੱਚੋਂ ਮਦਨ ਗੋਪਾਲ ਜਿਹੜੇ ਇਹਨਾਂ ਦੇ ਪੁੱਤਰ ਹਨ ਉਹ ਕਾਫੀ ਵਿਦਵਾਨ ਹਨ, ਔਰ ਸੰਗੀਤ ਭਾਵ ਸੰਗੀਤ ਦੇ ਵਿੱਚ ਰੁਚੀ ਹੈ, ਇੱਕ ਬਹੁਤ ਵਧੀਆ ਗਾਇਕ ਹਨ। ਇਹਨਾਂ ਦਾ ਅਕਾਲ ਚਲਾਣਾ ਜੋ ਹੈ ਡਾਕਟਰ ਹਰਭਜਨ ਸਿੰਘ ਦਾ 21 ਅਕਤੂਬਰ 2002 ਈਸਵੀ ਨੂੰ ਹੋ ਜਾਂਦਾ ਹੈ। ਡਾਕਟਰ ਹਰਭਜਨ ਸਿੰਘ ਦੀਆਂ ਰਚਨਾਵਾਂ ਜੋ ਹਨ ਬਹੁਪੱਖੀ ਹਨ, ਭਾਵ ਉਹਨਾਂ ਨੇ ਕਾਵਿ ਪੁਸਤਕਾਂ ਵੀ ਲਿਖੀਆਂ ਹਨ, ਔਰ ਆਲੋਚਨਾ ਦੇ ਉੱਤੇ ਵੀ ਇਹਨਾਂ ਨੂੰ ਕਾਫੀ ਮੁਹਾਰਤ ਹਾਸਲ ਰਹੀ ਹੈ। ਇਹਨਾਂ ਦੀਆਂ ਕਾਵਿ ਪੁਸਤਕਾਂ ਦੇ ਵਿੱਚੋਂ ਲਾਸ਼ਾਂ ਅਧਰੈਣੀ, ਤਾਰ ਤੁਪਕਾ ਜੋ ਕਿ ਕਾਵਿ ਨਾਟਕ ਹੈ, ਅਲਫ ਦੁਪਹਿਰਾ, ਮੱਥਾ ਦੀਵੇ ਵਾਲਾ, ਸੜਕ ਦੇ ਸਫ਼ੇ 'ਤੇ ਟੁੱਕੀਆਂ ਜੀਭਾਂ ਵਾਲੇ ਜਿਹੜੇ ਹਨ ਇਹ ਬਹੁਤ ਮਕਬੂਲ ਹੋਈਆਂ ਹਨ। ਔਰ ਜੋ ਹਾਈਲਾਈਟ ਕੀਤੀਆਂ ਗਈਆਂ ਹਨ ਕਿਤਾਬਾਂ ਨਾ ਧੁੱਪੇ ਨਾ ਛਾਵੇਂ ਅਤੇ ਰੁੱਖ ਅਤੇ ਰਿਸ਼ੀ ਜੋ ਹੈ, ਇਹਨਾਂ ਦੀਆਂ ਅਵਾਰਡਿਡ ਕਿਤਾਬਾਂ ਹਨ। ਔਰ ਸਵੈ ਜੀਵਨੀ ਇਹਨਾਂ ਨੇ ਇੱਕ ਚੋਲਾ ਟਾਕੀਆਂ ਵਾਲਾ ਲਿਖੀ ਹੈ। ਇਸ ਤੋਂ ਬਾਅਦ ਇਹਨਾਂ ਨੇ ਖੋਜ ਅਤੇ ਆਲੋਚਨਾ ਦੇ ਖੇਤਰ ਦੇ ਵਿੱਚ ਵੀ ਕਾਫੀ ਉੱਘਾ ਯੋਗਦਾਨ ਪਾਇਆ ਹੈ, ਜਿਸ ਦੇ ਵਿੱਚ ਇਹਨਾਂ ਨੇ ਦੀ ਜੋ ਆਲੋਚਨਾ ਹੈ ਉਹ 3 ਪੱਖਾਂ ਦੇ ਵਿੱਚ 3 ਵਰਗਾਂ ਦੇ ਵਿੱਚ ਜਾਂ 3 ਭਾਗਾਂ ਦੇ ਵਿੱਚ ਵੰਡੀ ਜਾ ਸਕਦੀ ਹੈ। ਪਹਿਲਾ ਹੈ ਸਾਹਿਤ ਸ਼ਾਸਤਰ ਦੇ ਸੰਬੰਧਿਤ, ਦੂਸਰਾ ਹੈ ਸਾਹਿਤ ਅਧਿਐਨ, ਔਰ ਤੀਸਰੀ ਹੈ ਸਾਹਿਤ ਵਿਗਿਆਨ ਦੇ ਨਾਲ ਸੰਬੰਧਿਤ ਇਹਨਾਂ ਦੀ ਆਲੋਚਨਾ ਹੈ। ਔਰ ਇਹਨਾਂ ਦੀਆਂ ਜੋ ਪੁਸਤਕਾਂ ਹਨ ਦੇਸ਼ ਵਿਦੇਸ਼ ਦੇ ਵਿੱਚ ਸਨਮਾਨਿਤ ਹੋਏ ਹਨ ਆਪਣੀ ਕਾਵਿ ਸਿਰਜਣਾ ਦੇ ਪੱਖੋਂ। ਔਰ ਇਹਨਾਂ ਨੇ ਇੱਕ ਸਫ਼ਰਨਾਮਾ ਨਿਰਭਉ ਨਿਰਵੈਰ ਨਾਮ ਦਾ ਲਿਖ ਕੇ ਪੰਜਾਬੀ ਸਫ਼ਰਨਾਮਾ ਸਾਹਿਤ ਦੇ ਵਿੱਚ ਵੀ ਆਪਣਾ ਉੱਘਾ ਯੋਗਦਾਨ ਪਾਇਆ। ਇਸ ਦੇ ਨਾਲ ਹੀ ਇਹਨਾਂ ਨੂੰ ਜੋ ਹੈ ਬਹੁਤ ਹੀ ਮਾਣ ਸਨਮਾਨ ਜੋ ਹਨ ਵੱਡੇ ਪੱਧਰ 'ਤੇ ਹਾਸਲ ਹੋਏ।
ਪਹਿਲਾ ਸਨਮਾਨ ਜੋ ਹੈ ਇਹਨਾਂ ਨੂੰ ਸਾਹਿਤ ਅਕਾਦਮੀ, ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਜੋ ਸੀ 1970 ਦੇ ਵਿੱਚ ਹਾਸਿਲ ਹੋਇਆ। ਹਾਲਾਂਕਿ ਇਹ 1969 ਦੇ ਵਿੱਚ ਅਨਾਊਂਸ ਕੀਤਾ ਗਿਆ ਸੀ, ਪਰ ਹਾਸਿਲ ਇਹਨਾਂ ਨੂੰ 1970 ਦੇ ਵਿੱਚ ਹੋਇਆ। ਇਹਨਾਂ ਦੀ ਕਾਵਿ ਪੁਸਤਕ ਨਾ ਧੁੱਪੇ ਨਾ ਛਾਵੇਂ 'ਤੇ, ਨਾ ਧੁੱਪੇ ਨਾ ਛਾਵੇਂ 'ਤੇ ਇਹ ਅਵਾਰਡ ਇਹਨਾਂ ਨੂੰ ਹਾਸਿਲ ਹੋਇਆ ਸੀ। ਔਰ ਫਿਰ ਇਹਨਾਂ ਨੂੰ ਕਬੀਰ ਸਨਮਾਨ 1987 ਦੇ ਵਿੱਚ ਔਰ ਸਰਸਵਤੀ ਸਨਮਾਨ ਜੋ ਸੀ 1984 ਦੇ ਵਿੱਚ ਇਹਨਾਂ ਦੀ ਪੁਸਤਕ ਰੁੱਖ ਤੇ ਰਿਸ਼ੀ ਦੇ ਲਈ ਹਾਸਿਲ ਹੋਇਆ। ਔਰ ਇਸ ਦੇ ਨਾਲ ਨਾਲ ਹੀ ਇਹਨਾਂ ਨੂੰ ਸਾਹਿਤ ਅਕਾਦਮੀ ਦੀ ਫੈਲੋਸ਼ਿਪ ਜੋ ਹੈ ਭਾਰਤੀ ਸਰਕਾਰ ਵੱਲੋਂ 1994 ਦੇ ਵਿੱਚ ਦਿੱਤੀ ਗਈ। ਸੋਵੀਅਤ ਲੈਂਡ ਨਹਿਰੂ ਅਵਾਰਡ ਵੀ ਹਾਸਿਲ ਹੋਇਆ ਅਤੇ ਭਾਸ਼ਾ ਵਿਭਾਗ ਪੰਜਾਬ ਨੇ ਵੀ ਇਹਨਾਂ ਨੂੰ ਸਨਮਾਨਿਤ ਕੀਤਾ। ਅਤੇ ਇਸ ਦੇ ਨਾਲ ਹੀ ਧਾਲੀਵਾਲ ਸਨਮਾਨ ਜੋ ਹੈ ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਇਹਨਾਂ ਨੂੰ 2002 ਦੇ ਵਿੱਚ ਦੇ ਕੇ ਨਿਵਾਜਿਆ ਗਿਆ। ਭਾਵ ਲੇਖਨ ਦੇ ਪੱਖੋਂ ਅਤੇ ਮਾਨ ਸਨਮਾਨ ਦੇ ਪੱਖੋਂ ਡਾਕਟਰ ਹਰਭਜਨ ਸਿੰਘ ਨੇ ਦੀ ਝੋਲੀ ਜਿਹੜੀ ਹੈ ਉਹ ਨੱਕੋ ਨੱਕ ਭਰੀ ਹੋਈ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਵਿਸ਼ਾ ਪੱਖ। ਡਾਕਟਰ ਹਰਭਜਨ ਸਿੰਘ ਦੀ ਜੋ ਕਵਿਤਾ ਹੈ ਉਸ ਦਾ ਵਿਸ਼ਾ ਪੱਖ ਜੋ ਹੈ ਉਹ ਕਿਸ ਤਰ੍ਹਾਂ ਦਾ ਹੈ, ਕਿਉਂਕਿ ਡਾਕਟਰ ਹਰਭਜਨ ਸਿੰਘ ਜੋ ਹਨ ਇੱਕ ਉੱਘੇ ਆਲੋਚਕ ਵੀ ਹਨ। ਸੋ ਭਾਵੇਂ ਉਹ ਮੂਲ ਰੂਪ ਦੇ ਵਿੱਚ ਕਵੀ ਸਨ, ਪਰ ਆਲੋਚਨਾ ਵੱਲ ਰੁਝਾਨ ਹੋਣ ਸਦਕਾ ਜੋ ਹੈ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਵੀ ਜੋ ਹੈ ਜੋ ਬੌਧਿਕਤਾ ਦਾ ਅੰਸ਼ ਜੋ ਹੈ ਉਹ ਬੇਹੱਦ ਭਾਰੂ ਰਿਹਾ ਹੈ, ਕਿਉਂਕਿ ਇਹਨਾਂ ਨੇ ਕਾਵਿ ਖੇਤਰ ਦੇ ਵਿੱਚ ਨਵੇਂ ਪ੍ਰਤਿਮਾਨ ਸਥਾਪਿਤ ਕੀਤੇ ਹਨ। ਕਹਿ ਸਕਦੇ ਹਾਂ ਕਿ ਡਾਕਟਰ ਹਰਭਜਨ ਸਿੰਘ ਨੇ ਆਧੁਨਿਕ ਪੰਜਾਬੀ ਕਵਿਤਾ ਨੂੰ ਜਾਂ ਪੰਜਾਬੀ ਕਵਿਤਾ ਨੂੰ ਆਧੁਨਿਕ ਰੰਗ ਦੇ ਵਿੱਚ ਰੰਗਣ ਦੇ ਲਈ ਜੋ ਹੈ ਨਿਵੇਕਲੇ ਪ੍ਰਵਚਨ ਜਾਂ ਨਿਵੇਕਲੇ ਪ੍ਰਤਿਮਾਨ ਸਥਾਪਿਤ ਕੀਤੇ। ਇਸ ਦੇ ਨਾਲ ਹੀ ਉਹ ਚਿੰਤਨਵਾਦੀ ਕਵੀ ਹੈ, ਕਿਉਂਕਿ ਆਲੋਚਕ ਹੈ ਮੁੱਖ ਰੂਪ ਦੇ ਵਿੱਚ। ਸੋ ਇਹਨਾਂ ਦੀ ਕਵਿਤਾ ਦੇ ਵਿੱਚ ਚਿੰਤਨ ਜੋ ਹੈ ਉਹ ਵੀ ਭਾਰੂ ਹੈ। ਉਹ ਹਰ ਵਿਸ਼ੇ ਦੇ ਉੱਤੇ ਗਹਿਨ ਅਧਿਐਨ ਕਰਦਿਆਂ ਹੋਇਆਂ, ਨਿੱਠ ਕੇ ਚਿੰਤਨ ਕਰਦਿਆਂ ਹੋਇਆਂ ਕਾਵਿ ਸਿਰਜਣਾ ਵੀ ਕਰਦੇ ਹਨ, ਜਿਸ ਸਦਕਾ ਇਹਨਾਂ ਦੀ ਕਵਿਤਾ ਦੇ ਵਿੱਚ ਜੋ ਹੈ ਜਟਿਲਤਾ ਆ ਗਈ ਹੈ। ਕਿਉਂਕਿ ਇੱਕ ਜੋ ਸ਼ਬਦਾਵਲੀ ਹੈ ਆਲੋਚਕ ਹੋਣ ਸਦਕਾ ਇਹਨਾਂ ਦਾ ਸ਼ਬਦਾਵਲੀ ਸੌਂਦਰਿਆ ਵੱਲ, ਭਾਵ ਸ਼ਬਦ ਚੋਣ ਜਿਹੜੀ ਹੈ ਉਹ ਵੱਖਰੀ ਕਿਸਮ ਦੀ ਹੋਣ ਸਦਕਾ ਜਾਂ ਸ਼ਬਦ ਯੋਜਨਾ ਜਾਂ ਬਿੰਬ ਯੋਜਨਾ 'ਤੇ ਜ਼ੋਰ ਦੇਣ ਸਦਕਾ ਇਹਨਾਂ ਦੀ ਕਵਿਤਾ ਦੇ ਵਿੱਚ ਇੱਕ ਚਮਤਕਾਰ ਵੀ ਪੈਦਾ ਹੁੰਦਾ ਹੈ, ਪਰ ਨਾਲ ਦੀ ਨਾਲ ਉਹ ਕਵਿਤਾ ਨੂੰ ਜਟਿਲਤਾ ਵੀ ਪ੍ਰਦਾਨ ਕਰਦਾ ਹੈ। ਔਰ ਸਮਾਜਿਕ ਚੇਤਨਾ ਦੇ ਨਾਲ ਲਬਰੇਜ਼ ਕਵਿਤਾਵਾਂ ਇਹਨਾਂ ਨੇ ਲਿਖੀਆਂ ਹਨ। ਬੌਧਿਕ ਰੰਗਣ, ਕਿਉਂਕਿ ਜਦੋਂ ਵੀ ਕੋਈ ਕਵੀ ਜੋ ਹੈ ਦਾਰਸ਼ਨਿਕ ਢੰਗ ਦੇ ਨਾਲ ਜਾਂ ਫਿਲੋਸਫੀਕਲ ਅੰਦਾਜ਼ ਦੇ ਵਿੱਚ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕਰੇਗਾ ਜਾਂ ਵਿਸ਼ੇ ਨੂੰ ਨਿਭਾਉਣ ਦੀ ਕੋਸ਼ਿਸ਼ ਕਰੇਗਾ, ਅਤੇ ਉਸ ਦੀ ਭਾਸ਼ਾ ਜਿਹੜੀ ਹੈ ਉਸ ਦੇ ਵਿੱਚ ਬੁੱਧੀ ਦਾ ਸਮਾਵੇਸ਼ ਹੋ ਜਾਂਦਾ ਹੈ। ਸੋ ਬੌਧਿਕ ਰੰਗ ਅਖਤਿਆਰ ਕਰ ਜਾਂਦੀ ਹੈ, ਕਿਉਂਕਿ ਕਵਿਤਾ ਵੈਸੇ ਕਿਹਾ ਜਾਂਦਾ ਹੈ ਕਿ ਦਿਲ ਦੀ ਬੋਲੀ ਹੈ ਅਤੇ ਵਾਰਤਕ ਦਿਮਾਗ ਦੀ ਬੋਲੀ ਹੈ। ਪਰ ਡਾਕਟਰ ਹਰਭਜਨ ਸਿੰਘ ਕਿਉਂਕਿ ਕਵੀ ਅਤੇ ਆਲੋਚਕ ਦੋਵੇਂ ਬਰਾਬਰ ਚੱਲ ਰਹੇ ਹਨ, ਸੋ ਉਹਨਾਂ ਦੀ ਕਵਿਤਾ ਦੇ ਵਿੱਚ ਵੀ ਬੌਧਿਕ ਰੰਗ ਜੋ ਹੈ ਉਹ ਭਾਰੂ ਹੋਇਆ ਹੈ। ਔਰ ਉਹ ਪ੍ਰੇਮ ਦਾ ਕਵੀ ਵੀ ਹੈ। ਮੂਲ ਰੂਪ ਦੇ ਵਿੱਚ ਡਾਕਟਰ ਹਰਭਜਨ ਸਿੰਘ ਨੇ ਪਿਆਰ ਕਵਿਤਾ ਵੀ ਲਿਖੀ ਹੈ, ਪਰ ਕਵਿਤਾ ਦੇ ਵਿੱਚ ਪਿਆਰ ਜੋ ਹੈ ਉਸ ਦੇ ਬਾਰੇ ਉਹਨਾਂ ਨੇ ਬੜਾ ਵਿੱਥ 'ਤੇ ਖਲੋ ਕੇ ਉਸ ਨੂੰ ਸਮਝਣ ਦਾ ਅਤੇ ਸਮਝਾਉਣ ਦਾ ਯਤਨ ਕੀਤਾ ਹੈ, ਜਿਸ ਸਦਕਾ ਹੀ ਉਹਨਾਂ ਦੀ ਜਿਹੜੀ ਉਹਨਾਂ ਦੇ ਭਾਵ ਜਿਹੜੇ ਨੇ ਉਹਨਾਂ ਦੀ ਬਣਤਰ ਜਿਹੜੀ ਹੈ ਉਹ ਬਹੁਤ ਜਟਿਲ ਹੋ ਗਈ ਹੈ। ਭਾਵ ਇੱਕ ਔਖਾ ਜਿਹਾ ਰੂਪ ਅਖਤਿਆਰ ਕਰ ਗਈ ਹੈ, ਜੋ ਸਧਾਰਨ ਪਾਠਕ ਦੇ ਲੈਵਲ ਤੋਂ ਜਾਂ ਦਰਜੇ ਤੋਂ ਥੋੜ੍ਹਾ ਉੱਚਾ ਹੋ ਜਾਂਦਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਦਾ ਰੂਪਕ ਪੱਖ। ਰੂਪਕ ਪੱਖ ਜੋ ਹੈ, ਕਿਉਂਕਿ ਮੁੱਖ ਰੂਪ ਦੇ ਵਿੱਚ ਡਾਕਟਰ ਹਰਭਜਨ ਸਿੰਘ ਇੱਕ ਸੁਹਜਵਾਦੀ ਕਵੀ ਹਨ। ਜਿਹੜਾ ਕਵੀ ਸੁਹਜਵਾਦੀ ਹੁੰਦਾ ਹੈ ਉਹ ਸ਼ਬਦ ਯੋਜਨਾ ਅਤੇ ਬਿੰਬ ਯੋਜਨਾ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰਨ ਸਦਕਾ, ਕਿਉਂਕਿ ਕਵਿਤਾ ਦੇ ਵਿੱਚ ਇੱਕ ਸੂਖਮ ਸੌਂਦਰਿਆ ਭਰਨਾ ਚਾਹੁੰਦਾ ਹੈ, ਸੋ ਉਸ ਸੂਖਮ ਸੌਂਦਰਿਆ ਨੂੰ ਭਰਨ ਸਦਕਾ ਜੋ ਹੈ ਉਸ ਦੀ ਕਵਿਤਾ ਦੇ ਵਿੱਚ ਇੱਕ ਵੱਖਰੀ ਧਾਰਾ ਜਿਹੜੀ ਹੈ ਉਹ ਪੇਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਇਹ ਵੱਖਰੀ ਧਾਰਾ ਜੋ ਹੈ ਉਸ ਦੀ ਕਵਿਤਾ ਨੂੰ ਪ੍ਰਗੀਤਕ ਰੰਗ ਜੋ ਹੈ
ਉਹ ਨਿਵਾਜਦੀ ਹੈ, ਕਿਉਂਕਿ ਪ੍ਰਗੀਤਕ ਭਾਵਾਂ ਦੀ ਤੀਖਣਤਾ ਤੋਂ ਜੋ ਪ੍ਰਗੀਤਕ ਰੰਗ ਹੈ ਉਹ ਭਾਵਾਂ ਦੀ ਤੀਖਣਤਾ ਤੋਂ ਉਤਪੰਨ ਹੁੰਦਾ ਹੈ, ਅਤੇ ਜਿਸ ਸਦਕਾ ਜੋ ਸਧਾਰਨ ਜੋ ਅੰਦਾਜ਼ ਦੀ ਸੰਗੀਤਾਤਮਕ ਸ਼ੈਲੀ ਹੁੰਦੀ ਹੈ ਕਵੀਆਂ ਦੀ ਜਾਂ ਛੰਦਬੱਧਤਾ ਹੁੰਦੀ ਹੈ ਉਸ ਨਾਲੋਂ ਵੱਖਰਾ ਰੂਪ ਅਖਤਿਆਰ ਕਰ ਜਾਂਦੀ ਹੈ। ਇਸ ਦੇ ਨਾਲ ਹੀ ਇਹਨਾਂ ਦੀ ਬਿੰਬ ਅਤੇ ਪ੍ਰਤੀਕ ਯੋਜਨਾ ਜਿਹੜੀ ਹੈ ਉਹ ਨਿਵੇਕਲੀ ਕਿਸਮ ਦੀ ਹੈ। ਛੰਦਬੱਧ ਕਵਿਤਾ ਤਾਂ ਹੈ ਹੀ, ਕਿਉਂਕਿ ਜਦੋਂ ਪ੍ਰਗੀਤਕ ਰੰਗ ਆਏਗਾ, ਜਦੋਂ ਵੀ ਕਵਿਤਾ ਦੇ ਵਿੱਚ ਛੰਦ ਜਾਂ ਛੰਦ ਚਾਲ ਜਿਹੜੀ ਹੈ ਜਾਂ ਮਾਤਰਾਵਾਂ ਜਿਹੜੀਆਂ ਨੇ ਉਹ ਬਰਾਬਰ ਹੋ ਜਾਂਦੀਆਂ ਨੇ, ਸਮ ਵਜ਼ਨ ਗ੍ਰਹਿਣ ਕਰ ਜਾਂਦੀਆਂ ਹਨ, ਅਤੇ ਉੱਥੇ ਪ੍ਰਗੀਤਕ ਰੰਗ ਦਾ ਆ ਜਾਣਾ ਸੁਭਾਵਿਕ ਹੀ ਹੁੰਦਾ ਹੈ। ਔਰ ਇਸ ਸਦਕਾ ਹੀ ਉਹਨਾਂ ਦੀ ਭਾਸ਼ਾ ਸ਼ੈਲੀ ਵੀ ਜਿਹੜੀ ਉਹ ਨਿਵੇਕਲੀ ਕਿਸਮ ਦੀ ਹੋ ਜਾਂਦੀ ਹੈ। ਅਤੇ ਇਸ ਦੇ ਨਾਲ ਨਾਲ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਦੇ ਵਿੱਚ ਵਿਅੰਗ ਜੋ ਹੈ ਉਹ ਮੁਖਰ ਰੂਪ ਦੇ ਵਿੱਚ ਪ੍ਰਗਟ ਹੋਇਆ ਹੈ, ਕਿਉਂਕਿ ਸੰਤ ਸਿੰਘ ਸੇਖੋਂ ਨੇ ਕਿਹਾ ਹੈ ਕਿ ਜੋ ਸੁਹਜਵਾਦੀ ਕਵੀ ਹੁੰਦੇ ਹਨ, ਇਹਨਾਂ ਕਵੀਆਂ ਵਿੱਚ ਲੋਚਾ ਹੁੰਦੀ ਹੈ, ਪੀੜ ਨਹੀਂ ਹੁੰਦੀ। ਭਾਵ ਉਹ ਅਨੁਭਵ ਦੀ ਸੂਖਮਤਾ ਅਤੇ ਕਲਪਨਾ ਚਿੱਤਰਾਂ ਦੀ ਅਦਭੁਤਤਾ ਵਿੱਚ ਲਵੇਟੀ ਹੁੰਦੀ ਹੈ ਇਹਨਾਂ ਦੀ ਕਵਿਤਾ। ਇਸੇ ਕਰਕੇ ਹੀ ਇਹ ਸੁਹਜਵਾਦੀ ਹੁੰਦੀ ਹੈ, ਜਿਸ ਸਦਕਾ ਜੋ ਹੈ ਇਹਨਾਂ ਦੀ ਭਾਸ਼ਾ ਸ਼ੈਲੀ ਵੀ ਜਿਹੜੀ ਹੈ ਨਿਵੇਕਲੀ ਕਿਸਮ ਦੀ ਹੋ ਜਾਂਦੀ ਹੈ। ਸੋ ਉਮੀਦ ਹੈ ਕਿ ਡਾਕਟਰ ਹਰਭਜਨ ਸਿੰਘ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਜੋ ਗੱਲਬਾਤ ਹੋਈ ਹੈ ਇਹ ਵਿਦਿਆਰਥੀਆਂ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਨਵੇਂ ਵਿਦਿਆਰਥੀ ਜੋ ਇਸ ਚੈਨਲ ਦੇ ਨਾਲ ਜੁੜੇ ਨੇ, ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਅੱਗੇ ਸ਼ੇਅਰ ਵੀ ਕਰਦੇ ਰਹੋ, ਤਾਂ ਜੋ ਹੋਰ ਵੀ ਵਿਦਿਆਰਥੀ ਇਸ ਚੈਨਲ ਦਾ ਲਾਹਾ ਲੈ ਸਕਣ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਇਜਾਜ਼ਤ। ਧੰਨਵਾਦ।